ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਰਿਸ਼ਪਾਲ ਸਿੰਘ ਗਿੱਲ, ਮੁੱਖ ਸੇਵਾਦਾਰ ਨੈਸ਼ਨਲ ਜਸਟਿਸ ਪਾਰਟੀ। ਦੋਸਤੋ ਕੱਲ ਰਾਤ ਪ੍ਰਧਾਨ ਮੰਤਰੀ ਜੀ ਨੇ 8 ਵਜੇ ਦੇਸ਼ ਨੂੰ ਸੰਬੋਧਨ ਕੀਤਾ ਸੀ। ਇਹ ਸ਼ਾਇਦ ਤੀਜਾ ਜਾਂ ਚੌਥਾ ਸੰਬੋਧਨ ਸੀਗਾ ਔਰ ਉਹਦੇ ਵਿੱਚ ਦੋ ਗੱਲਾਂ ਤੋਂ ਸਿਵਾਏ ਮੈਨੂੰ ਕੋਈ ਗੱਲ ਉਹਨਾਂ ਦੀ ਸਮਝ ਨਹੀਂ ਆਈ ਕਿ ਉਹਨਾਂ ਨੇ ਕੀ ਕਿਹਾ ਦੇਸ਼ ਨੂੰ ਔਰ ਕੀ ਕਰਨਾ ਚਾਹੁੰਦੇ ਆ। ਇੱਕ ਤੇ ਉਹ ਜਿਹੜੀ ਪੈਕੇਜ ਉਹਨਾਂ ਨੇ 20 ਲੱਖ ਕਰੋੜ ਰੁਪਏ ਦਾ ਕੀਤਾ ਹੈਗਾ। ਦੇਖੋ, ਇਹ ਤਾਂ GST ਜਿਹੜੀ ਹੈਗੀ ਹੈ ਉਹ ਸਟੇਟਾਂ ਦੀ ਜਿਹੜੀ ਹੈ ਉਹ ਕੇਂਦਰ ਡਿਊ ਹੈ, ਇਸ ਤੋਂ ਜ਼ਿਆਦਾ ਹੀ ਡਿਊ ਹੋਏਗੀ। ਔਰ ਕੇਂਦਰ ਸਰਕਾਰ ਜਿਹੜੀ ਹੈ ਉਹ ਇੰਨੇ ਟੈਕਸ ਅਗਰਾਉਂਦੀ ਹੈ ਸਟੇਟਸ ਦੇ ਕੋਲੋਂ, ਐਡਾ ਵੱਡਾ ਮਾਲੀਆ ਜਿਹੜਾ ਉਹਨਾਂ ਕੋਲ ਜਾਂਦਾ ਹੈਗਾ। ਉਹ ਕੇਂਦਰ ਸਰਕਾਰ ਕੀ ਕਰ ਰਿਹਾ ਹੈ ਇਹਦੇ ਬਾਰੇ ਦੇ ਵਿੱਚ ਕੋਈ ਸਮਝ ਨਹੀਂ ਆਈ ਉਹਨਾਂ ਨੇ ਕੀ ਕਿਹਾ। ਦੂਸਰੀ ਗੱਲ ਜਿਹੜੀ ਕੀਤੀ ਹੈ ਉਹਨਾਂ ਨੇ ਵੀ ਅਗਰ ਸਾਡੇ ਜਿਹੜਾ ਫਾਈਨਾਂਸ ਮਿਨਿਸਟਰ ਹੈ ਲੇਡੀ ਹੈ ਜਿਹੜੀ, ਅਗਰ ਉਹਨੇ ਹੀ ਇਹ ਪੈਕੇਜ ਦੇ ਬਾਰੇ ਦੇ ਵਿੱਚ ਸਾਰੀ ਗੱਲ ਕਰਨੀ ਸੀ ਜਾਂ ਜਿਹੜੀ ਕੋਈ ਲੋਕਡਾਊਨ ਦਾ ਫੈਸਲੇ ਦੇ ਬਾਰੇ ਦੇ ਵਿੱਚ ਤੁਸੀਂ 18 ਤਰੀਕ ਨੂੰ ਫੈਸਲਾ ਲੈਣਾ ਸੀਗਾ, ਤੇ ਫਿਰ ਗੱਲ ਕਰਨ ਦਾ ਕੋਈ ਮਤਲਬ ਕੀ ਸੀਗਾ। ਦੂਸਰੀ ਗੱਲ ਜਿਹੜੀ ਮੈਨੂੰ ਹੈਰਾਨੀ ਵਾਲੀ ਗੱਲ ਕੀਤੀ ਹੈ ਕਿ ਉਹਨਾਂ ਨੇ ਭਾਰਤ ਨੂੰ 21ਵੀਂ ਸਦੀ ਦੇ ਵਿੱਚ ਇੱਕ ਸੁਪਰ ਪਾਵਰ ਬਣਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ ਔਰ ਉਹ ਲੰਬੀ ਚੌੜੀ ਗੱਲ ਕਰ ਦਿੱਤੀ। ਸਾਰਾ ਜਿਹੜਾ ਫੋਕਸ ਸੀ ਉਹਦੇ ਉੱਤੇ ਹੀ ਦੇ ਦਿੱਤਾ ਹੈਗਾ। ਚਲੋ, ਭਾਰਤ ਵਾਸੀ ਜਿਹੜੇ ਨੇ ਮਿਹਨਤੀ ਨੇ, ਭਾਰਤ ਵਾਸੀ ਕਾਬਲ ਨੇ, ਸਾਡੇ ਸਾਇੰਸਦਾਨ ਕਾਬਲ ਨੇ, ਸਾਡੇ ਆਰਕੀਟੈਕਟ ਕਾਬਲ ਨੇ, ਸਾਡੇ ਇੰਡਸਟਰੀਲਿਸਟ ਕਾਬਲ ਨੇ ਕਿ ਭਾਰਤ ਜਿਹੜਾ 21ਵੀਂ ਸਦੀ ਦੇ ਵਿੱਚ ਸੁਪਰ ਪਾਵਰ ਬਣੇਗਾ। ਪਰ ਉਹਦੇ ਨਾਲ ਸਾਨੂੰ ਇਹ ਜ਼ਰੂਰ ਦੇਖਣਾ ਪਏਗਾ ਕਿ ਇਸ 21ਵੀਂ ਸਦੀ ਦੇ ਵਿੱਚ ਅਗਰ ਅਸੀਂ ਸੁਪਰ ਪਾਵਰ ਬਣਨਾ ਹੈ ਤੇ ਸਾਨੂੰ ਸਾਡੀ ਦੇਸ਼ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਲੀਡਰਸ਼ਿਪ ਨਾਲ ਸੁਪਰ ਪਾਵਰ ਤਾਂ ਨਹੀਂ ਬਣ ਸਕਦਾ ਹੈ। ਮੈਂ ਤੁਹਾਨੂੰ ਇੱਕ ਦਾਅਵੇ ਦੇ ਨਾਲ ਕਹਿ ਸਕਦਾ ਹਾਂ, ਕਿਉਂਕਿ ਜਿਹੜੀ ਲੀਡਰਸ਼ਿਪ ਦੇ ਵਿੱਚ ਇਹ ਮਨਸ਼ਾ ਹੋਵੇ ਕਿ ਬਾਈ ਹੁੱਕ ਬਾਈ ਬੁੱਕ, ਚਾਹੇ ਉਹ ਹਿੰਦੂ ਮੁਸਲਿਮ ਦੰਗੇ ਕਰਾਏ ਜਾਣ, ਚਾਹੇ ਉਹ ਦੇਸ਼ ਨੂੰ ਇੱਕ ਗਲਤ ਲੀਹਾਂ 'ਤੇ ਲੈ ਕੇ ਜਾਇਆ ਜਾਵੇ, ਇਹਨਾਂ ਲੋਕਾਂ ਦੇ ਰਾਹੀਂ ਤਾਂ ਸੁਪਰ ਪਾਵਰ ਬਣਨ ਦਾ ਜਿਹੜਾ ਸੁਪਨਾ ਉਹ ਸਾਕਾਰ ਨਹੀਂ ਹੋ ਸਕਦਾ। ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿ ਦਿੰਦਾ। ਦੂਸਰੀ ਚੀਜ਼ ਜਿਹੜੀ ਉਹਨਾਂ ਨੇ ਵਿਦੇਸ਼ੀ ਨਿਵੇਸ਼ ਦੀ ਗੱਲ ਹੈਗੀ ਹੈ ਕਿ ਅੱਜ ਸਾਡੇ ਬਹੁਤ ਵੱਡੀ ਚਰਚਾ ਦਾ ਵਿਸ਼ਾ ਸਰਕਾਰ ਵੀ ਕਰ ਰਹੀ ਹੈ, ਪ੍ਰਧਾਨ ਮੰਤਰੀ ਵੀ ਕਰ ਰਿਹਾ ਕਿ ਦੇਖੋ ਇਸ ਤਰੀਕੇ ਦੇ ਨਾਲ ਚਾਈਨਾ ਅਲੱਗ ਪੈ ਗਿਆ ਹੈ ਔਰ ਜਿਹੜੇ ਹੋਰ ਮੁਲਕ ਨੇ ਉਹ ਸਾਡੇ ਵਿੱਚ ਨਿਵੇਸ਼ ਕਰਨਗੇ ਆ ਕੇ, ਤੇ ਭਾਰਤ ਇੱਕ ਆਰਥਿਕ ਤੌਰ ਦੇ ਉੱਤੇ ਸਮਰਿੱਧ ਦੀ ਗੱਲ ਕਰ ਰਹੇ ਨੇ। ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ। ਦੇਖੋ, ਇਹ ਇੱਕ ਸਾਡਾ ਤਜਰਬਾ ਹਿੰਦੁਸਤਾਨ ਦਾ ਕਿ ਈਸਟ ਇੰਡੀਆ ਕੰਪਨੀ ਵੀ ਜਿਹੜੀ ਆਈ ਸੀ ਉਹ ਵੀ ਇੱਕ ਇਨਵੈਸਟਮੈਂਟ ਹੀ ਉਹਨੇ ਕੀਤੀ ਸੀ ਆ ਕੇ ਥੋੜ੍ਹੀ ਜਿਹੀ, ਔਰ ਉਹਦਾ ਜਿਹੜਾ ਨਤੀਜਾ ਭੁਗਤਿਆ ਹਿੰਦੁਸਤਾਨੀਆਂ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ। ਵਿਦੇਸ਼ੀ ਜਿਹੜੀਆਂ ਕੰਪਨੀਆਂ ਆਉਣ ਦੇ ਜਿਹੜੀ ਆੜਾਂ ਉਹਨਾਂ ਦੀ ਇਨਵੈਸਟਮੈਂਟ ਹੋਣੀ ਹੈ ਜਾਂ ਉਹਨਾਂ ਨੂੰ ਆਕਰਸ਼ਣ ਕਰਨ ਦੀ ਗੱਲ ਕੀਤੀ ਹੈ, ਉਹਦੇ ਵਾਸਤੇ ਤੁਸੀਂ ਇੱਕ ਜਿਹੜੀ ਮੈਂ ਖਾਸ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਉਹ ਜਿਹੜੇ ਲੇਬਰ ਲਾਅ ਨੇ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਅਮੈਂਡਮੈਂਟ ਕੀਤੀ ਹੈ ਜਾਂ ਕਈ ਸਟੇਟਾਂ ਨੇ ਕਰ ਦਿੱਤੀ ਹੈ, 8-10 ਸਟੇਟਾਂ ਨੇ ਕਰ ਵੀ ਦਿੱਤੀ ਹੈਗੀ ਹੈ ਕਿ ਉਹ ਲੇਬਰ ਦਾ ਤੇ ਤੁਸੀਂ ਗਲ ਘੁੱਟ ਦਿੱਤਾ। ਲੇਬਰ ਤਾਂ ਅੱਗੇ ਹੀ ਅਨਆਰਗਨਾਈਜ਼ ਲੇਬਰ ਸੀ ਇੱਥੇ, ਔਰ ਲੇਬਰ ਦੀ ਹਾਲਾਤ ਸਭ ਤੋਂ ਜ਼ਿਆਦਾ ਅਬਨੋਰਮਲ ਹੈਗੀ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਘੱਟੋ ਘੱਟ 30-40 ਕਰੋੜ ਲੇਬਰਰ ਜਿਹੜਾ ਉਹ ਅਨਆਰਗਨਾਈਜ਼ ਲੇਬਰਰ ਹੈ। ਔਰ ਸੈਕੰਡਲੀ ਤੁਸੀਂ ਉਹ ਜਿਹੜੇ ਕਾਨੂੰਨ ਬਣਾਏ ਨੇ ਕਿ ਇੰਸਪੈਕਟਰ ਦੀ ਵਿੱਚ ਦਖਲਅੰਦਾਜ਼ੀ ਨਹੀਂ ਰਹੇਗੀ, ਉਹਦੇ ਵਿੱਚ ਇੰਟਰ ਸਟੇਟ ਮਾਈਗ੍ਰੇਟਰ ਐਕਟ ਦੇ ਵਿੱਚ ਦੀ ਖਤਮ ਕਰਨ ਦੀ ਗੱਲ ਕੀਤੀ ਹੈਗੀ ਹੈ, ਜਾਂ ਤੁਸੀਂ ਉਹ ਘੰਟਿਆਂ ਦੀ ਗੱਲ ਕੀਤੀ ਹੈਗੀ ਹੈ। ਜਿਹੜੇ ਸਾਡੇ ਲੇਬਰ ਦੇ ਕਾਨੂੰਨ ਸੀਗੇ, ਇਸ ਤੋਂ ਇਲਾਵਾ
ਤੁਸੀਂ ਜਿਹੜਾ ਬਾਉਂਡਰ ਲੇਬਰ ਐਕਟ ਵੀ ਹੈ ਉਹਨੂੰ ਵੀ ਤੁਸੀਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋਗੇ। ਔਰ ਸੈਕੰਡਲੀ ਇੰਨੀਆਂ ਅਮੈਂਡਮੈਂਟਸ ਤੁਸੀਂ ਕਰਕੇ ਤੇ ਲੇਬਰ ਜਿਹੜੀ ਹੈ ਲੇਬਰ ਕਿੱਥੇ ਜਾਏਗੀ? ਅਗਰ ਇਹਦੇ ਤੇ ਕੰਟਰੋਲ ਹੀ ਨਹੀਂ ਹੋਏਗਾ, ਜਿਹੜਾ ਓਨਰ ਹੈਗਾ ਜਾਂ ਲੇਬਰ ਦੇ ਹਿੱਤ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਇੰਨੇ ਤਰੀਕੇ ਨਾਲ ਕਮਜ਼ੋਰ ਹੋ ਜਾਣਗੇ ਤੇ ਲੇਬਰ ਦਾ ਭਵਿੱਖ ਕਿੱਥੇ ਜੁੜਿਆ ਹੈ? ਇਹ ਜਿਹੜੀ ਤੁਹਾਡੀ ਪਾਲਿਸੀ ਬਣਾਈ ਹੈ ਜਾਂ ਪਾਲਿਸੀ ਬਣਾਉਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਜਾਂ 21ਵੀਂ ਸਦੀ 'ਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਤਾਂ ਤੁਸੀਂ ਦੇਸ਼ ਦੀ ਜਿਹੜੀ ਲੇਬਰ ਕਲਾਸ ਹੈ ਉਹਦਾ ਗਲ ਘੁੱਟ ਰਹੇ ਹੋ। ਸੈਕੰਡਲੀ ਇਹਨਾਂ ਤਰੀਕਿਆਂ ਦੇ ਨਾਲ ਲੇਬਰ ਜਿਹੜੀ ਤੁਹਾਡਾ 21ਵੀਂ ਸਦੀ ਵਿੱਚ ਜਾਣ ਦਾ ਸੁਪਨਾ ਜਿਹੜਾ ਉਹ ਪੂਰਾ ਨਹੀਂ ਹੋਣਾ। ਦੂਸਰੀ ਚੀਜ਼ ਹੈ ਜਿਹੜੀ ਲੇਬਰ ਦੀ ਅੱਜ ਹਾਲਤ ਹੈਗੀ ਆ, ਕੋਈ ਰੇਲ ਗੱਡੀਆਂ ਦੇ ਉੱਤੇ ਥੱਲੇ ਆ ਕੇ ਮਰ ਰਹੇ ਨੇ, ਕੋਈ ਰਸਤਿਆਂ ਦੇ ਵਿੱਚ ਮਰ ਰਹੇ ਨੇ, ਕੋਈ ਹਜ਼ਾਰਾਂ ਕਿਲੋਮੀਟਰ ਜਿਹੜੇ ਪੈਦਲ ਜਾ ਰਹੇ ਨੇ। ਕਿਆ ਹਾਲਤ ਹੈ, ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ। ਜਿੰਨਾ ਚਿਰ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਜਿੰਨਾ ਚਿਰ ਸਾਡੇ ਕੋਈ ਧਾਰਮਿਕ ਸਥਾਨ ਜਿਹੜੇ ਸੀ ਉਹ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਰਹੇ ਆ, ਉਨੀ ਦੇਰ ਤੱਕ ਤੁਹਾਡੀ ਲੇਬਰ ਜਿਹੜੀ ਹੈਗੀ ਆ ਉਹ ਟਿਕੀ ਰਹੀ ਹੈਗੀ ਆ। ਉਸ ਤੋਂ ਬਾਅਦ ਜਦੋਂ ਇਹ ਕੰਮ ਢਿੱਲਾ ਪਿਆ ਹੈਗਾ, ਗੌਰਮੈਂਟ ਵੱਲੋਂ ਕੋਈ ਏਡ ਨਹੀਂ ਮਿਲੀ, ਲੇਬਰ ਜਿਹੜੀ ਹੈ ਉਹ ਸੜਕਾਂ ਦੇ ਉੱਤੇ ਆ ਕੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਔਰ ਇਸ ਦੌਰਾਨ ਲੇਬਰ ਦੇ ਵਿੱਚ ਦੇ ਜੋ ਹਾਲਾਤ ਨੇ ਅੱਜ ਦੇ, ਉਸ ਦੌਰਾਨ ਤੁਸੀਂ ਲੇਬਰ ਜਿਹੜੀ ਕਾਨੂੰਨ ਹੈ ਉਹਨਾਂ ਦੇ ਵਿੱਚ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਵੀ ਦਿੱਤੀ ਹੈ। ਇਹ ਬਹੁਤ ਹੀ ਇੱਕ ਮੰਦਭਾਗੀ ਗੱਲ ਹੈ। ਦੂਸਰੀਆਂ ਟ੍ਰੇਡ ਯੂਨੀਅਨ ਨੂੰ ਖਤਮ ਕਰਨ ਦੀ ਗੱਲ ਕੀਤੀ ਹੈਗੀ ਹੈ। ਇਹ ਬਹੁਤ ਹੀ ਇੱਕ ਗਲਤ ਗੱਲ ਹੈ ਔਰ ਇਹਦੀ ਸਾਡੀ ਪਾਰਟੀ ਜਿਹੜੀ ਹੈ ਇਹ ਸੜਕਾਂ ਦੇ ਉੱਤੇ ਔਰ ਬਹੁਤ ਜ਼ੋਰਦਾਰ ਵਿਰੋਧ ਕਰੇਗੀ ਅਗਰ ਤੁਸੀਂ ਲੇਬਰ ਕਾਨੂੰਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤੀ ਹੈ। ਔਰ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਇਹ ਚੀਜ਼ਾਂ ਵਾਪਸ ਲੈਣੀਆਂ ਪੈਣਗੀਆਂ। ਮੈਂ ਵਿਦੇਸ਼ੀ ਇਨਵੈਸਟਮੈਂਟ ਦੀ ਤੁਹਾਨੂੰ ਗੱਲ ਦੱਸ ਦਿੰਦਾ। ਵਿਦੇਸ਼ੀ ਇਨਵੈਸਟਮੈਂਟ ਜਿਹੜੀ ਹੈਗੀ ਆ ਉਹਨੂੰ ਅਟਰੈਕਸ਼ਨ ਕਰਨ ਲਈ ਤੁਸੀਂ ਦੇਸ਼ ਦੇ ਲੋਕਾਂ ਦਾ ਗਲਾ ਨਾ ਘੁੱਟ ਦਿਓ, ਦੇਸ਼ ਦੇ ਲੋਕਾਂ ਦੇ ਉੱਤੇ ਇਸ ਤਰੀਕੇ ਦਾ ਜ਼ੁਲਮ ਨਾ ਕਰੋ। 21ਵੀਂ ਸਦੀ ਦੇ ਵਿੱਚ ਅਗਰ ਤੁਸੀਂ ਲੈ ਕੇ ਜਾਣਾ ਦੇਸ਼ ਨੂੰ, ਤੁਹਾਡੇ ਦੇਸ਼ 'ਚ 130-35 ਕਰੋੜ ਆਬਾਦੀ ਹੈਗੀ ਆ, ਤੁਹਾਡੀ ਬਹੁਤ ਵੱਡੀ ਮਾਰਕੀਟ ਹੈਗੀ ਹੈ, ਤੁਹਾਡੀ ਡੋਮੈਸਟਿਕ ਮਾਰਕੀਟ ਐਡੀ ਵੱਡੀ ਹੈਗੀ ਆ। ਤੁਹਾਡੇ ਲਘੂ ਉਦਯੋਗ ਨੇ, ਉਦਯੋਗ ਜਿਹੜੇ ਛੋਟੇ ਉਦਯੋਗ ਨੇ ਉਹਨਾਂ ਨੂੰ ਪ੍ਰਮੋਟ ਕਰੋ, ਜਿਹੜੇ ਲਾਰਜ ਉਦਯੋਗ ਨੇ ਉਹਨਾਂ ਨੂੰ ਪ੍ਰਮੋਟ ਕਰੋ ਔਰ ਤੁਸੀਂ ਜਿਹੜੀ ਲੇਬਰ ਹੈ ਉਹਨਾਂ ਨੂੰ ਉਹਨਾਂ ਦੇ ਹੱਕ ਦਿਓ। ਤੇ ਨੈਚੁਰਲ ਹੈਗਾ ਕਿ ਜਿਹੜਾ ਵਰਲਡ ਹੈ ਉਹ ਤੁਹਾਡੇ ਅੱਗੇ ਝੁਕੇਗਾ ਤੇ ਔਰ ਤੁਸੀਂ ਆਪਣੀ ਮਾਰਕੀਟ ਜਿਹੜੀ ਹੈ, ਸਭ ਤੋਂ ਪਹਿਲਾਂ ਤੇ ਆਪਣੀ ਐਡੀ ਵੱਡੀ ਮਾਰਕੀਟ ਹੀ ਸੰਭਾਲੋ। ਇੰਨੇ ਲੋਕਾਂ ਨੇ ਕੰਜ਼ਿਊਮ ਕਰਨੀਆਂ ਨੇ ਗੱਲਾਂ, ਉਸ ਤੋਂ ਬਾਅਦ ਜਿਹੜੀ ਹੈ ਵਿਦੇਸ਼ੀ ਜਿਹੜੇ ਦੇਸ਼ ਨੇ, ਜਿਹੜੇ ਸਾਡੇ ਮਿਡਲ ਈਸਟ ਦੇ ਦੇਸ਼ ਨੇ ਜਾਂ ਕੋਈ ਹੋਰ ਦੇਸ਼ ਨੇ, ਐਕਸਪੋਰਟ ਦਾ ਮਾਮਲਾ ਜਿਹੜਾ ਹੈਗਾ ਉਹਨੂੰ ਉਹਨਾਂ ਦੇ ਵਿੱਚ ਤੁਸੀਂ ਲੀਨੀਅੰਟ ਗੱਲਾਂ ਕਰੋ, ਲੀਨੀਅੰਟ ਕੰਮ ਕਰੋ ਪਰ ਐਕਸਪੋਰਟ ਨੂੰ ਬੜਾਵਾ ਦਿਓ। ਔਰ ਜਿਹੜੀ ਡੋਮੈਸਟਿਕ ਇਨਵੈਸਟਮੈਂਟ ਹੈ ਉਹਨੂੰ ਮੈਕਸਿਮਮ ਜਿਹੜਾ ਉਹਨੂੰ ਪ੍ਰਮੋਟ ਕਰੋ। ਔਰ ਲੇਬਰ ਜਿਹੜੇ ਕਾਨੂੰਨ ਨੇ ਜਾਂ ਲੇਬਰ ਐਕਟਸ ਨੇ ਜਾਂ ਲੇਬਰ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਪ੍ਰਮੋਟ ਕਰੋ, ਉਹਨਾਂ ਨੂੰ ਸੁਰੱਖਿਅਤ ਕਰੋ ਤੇ ਫਿਰ ਅਸੀਂ 21ਵੀਂ ਸਦੀ ਦੇ ਵਿੱਚ ਚਲੇ ਜਾਵਾਂਗੇ। ਦੂਸਰੀ, ਤੁਸੀਂ ਆਪਣੇ ਆਪ ਨੂੰ ਇੱਕ ਏਜੰਡਾ ਤੁਹਾਡਾ ਜਿਹੜਾ ਹੈਗਾ ਕਮਿਊਨਲ ਏਜੰਡਾ ਹੈਗਾ ਜਾਂ ਦੇਸ਼ ਦੇ ਲੋਕਾਂ ਨੂੰ ਇੱਕ ਦੂਜੇ ਤੋਂ ਦਿਖਾੜ ਕੇ ਉਹਨਾਂ ਦੇ ਵਿੱਚ ਨਫ਼ਰਤ ਪੈਦਾ ਕਰਨੀ ਹੈ, ਚਾਹੇ ਉਹ ਤੁਹਾਡੇ ਮੀਡੀਆ ਚੈਨਲਸ ਦੇ ਥਰੂ ਦੀ ਮੈਂ ਗੱਲ ਕਰ ਲਾਂ, ਚਾਹੇ ਹੋਰ ਤਰੀਕੇ ਦੇ ਨਾਲ ਕਰ ਲਾਂ, ਉੱਥੇ ਤੁਸੀਂ ਬੰਦੇ ਬਣੋ। ਅਗਰ ਉੱਥੇ ਬੰਦੇ ਬਣਦੇ ਹੋ ਤੇ ਭਾਰਤ ਵਾਸੀ ਇਕਜੁੱਟ ਹੋ ਕੇ ਇਸ ਦੇਸ਼ ਨੂੰ 21ਵੀਂ ਸਦੀ ਵਿੱਚ ਵੀ ਲੈ ਜਾਣਗੇ। ਔਰ ਸੈਕੰਡਲੀ ਹੈ ਇਸ ਕਰੋਨਾ ਨਾਮਕ ਜਿਹੜੀ ਮਹਾਮਾਰੀ ਹੈ ਇਹਦੇ ਉੱਤੇ ਵੀ ਅਸੀਂ ਕਾਬੂ ਪਾ ਲਾਂਗੇ। ਸੋ ਇਹਨਾਂ ਸ਼ਬਦਾਂ ਨਾਲ ਮੇਰੀ ਫਿਰ ਬੇਨਤੀ ਹੈ ਪ੍ਰਧਾਨ ਮੰਤਰੀ ਜੀ ਨੂੰ, ਪ੍ਰਧਾਨ ਮੰਤਰੀ ਜੀ ਪਹਿਲਾਂ ਤੇ ਆਪਣੀ ਸੋਚ ਨੂੰ ਜਿਹੜਾ ਉਹ ਬਦਲੋ। ਇੱਕ ਰਾਜੇ ਵਾਲੀ, ਇੱਕ ਰਾਜ ਧਰਮ ਵਾਲੀ ਸੋਚ ਜਿਹੜੀ ਤੁਹਾਡੀ ਹੋਣੀ ਚਾਹੀਦੀ ਹੈ। ਦੂਸਰੀ ਜਿਹੜੀ ਲੇਬਰ ਕਲਾਸ ਹੈ ਅੱਜ ਦੀ ਡੇਟ 'ਚ ਜਾਂ ਮਿਡਲ ਕਲਾਸ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ, ਉਹਨਾਂ ਦੇ ਉੱਤੇ ਖਾਸ ਧਿਆਨ ਦਿਓ। ਉਹਨਾਂ ਦੇ ਹਾਲਾਤ ਜਿਹੜੇ ਨੇ ਬਹੁਤ ਐਬਨੋਰਮਲ ਨੇ। ਜਿਹੜਾ ਕੈਪੀਟਲਿਸਟ ਹੈ ਉਹ ਬਿਲਕੁਲ ਠੀਕ ਹੈ, ਉਹਦੇ ਉੱਤੇ ਏਡਾ ਕੋਈ ਅਸਰ ਨਹੀਂ ਹੈ, ਲੇਕਿਨ ਲੋਅਰ ਮਿਡਲ ਕਲਾਸ ਔਰ ਮਿਡਲ ਕਲਾਸ ਔਰ ਜਿਹੜੀ ਲੇਬਰ ਕਲਾਸ ਹੈ, ਕਿਉਂਕਿ ਇਹ ਜਿਹੜੀਆਂ ਤੁਹਾਡੀਆਂ 40-50 ਕਰੋੜ ਜਿਹੜੀਆਂ ਅਫੈਕਟਡ ਹੈ, ਜਿਹੜੇ ਤੁਹਾਡੇ ਰੋਜ਼ਗਾਰ ਜਾਣਗੇ,
ਔਰ ਇਹ ਤੁਹਾਡੇ ਵਾਸਤੇ ਇੱਕ ਲਾ ਐਂਡ ਆਰਡਰ ਦੀ ਐਡੀ ਵੱਡੀ ਸਮੱਸਿਆ ਪੈਦਾ ਹੋ ਜਾਏਗੀ ਕਿ ਤੁਸੀਂ ਇਮੇਜਿਨ ਨਹੀਂ ਕਰ ਪਾਓਗੇ ਅਗਰ ਤੁਸੀਂ ਬੰਦਿਆਂ ਵਾਲੇ ਕੰਮ ਨਾ ਕੀਤੇ। ਸੋ ਪ੍ਰਧਾਨ ਮੰਤਰੀ ਜੀ, ਮੈਂ ਗੁਜ਼ਾਰਿਸ਼ ਕਰਾਂਗਾ ਕਿ ਅਗਲੀ ਵਾਰੀ ਤੁਸੀਂ ਜਦੋਂ 8 ਵਜੇ ਰਾਤ ਆਓਗੇ, ਆਣਾ ਤੁਸੀਂ 8 ਵਜੇ ਹੀ ਹੈ, ਜਦੋਂ ਵੀ ਆਓਗੇ ਉਦੋਂ ਕੋਈ ਦੇਸ਼ ਵਾਸੀਆਂ ਵਾਸਤੇ, ਲੇਬਰ ਵਾਸਤੇ ਇੱਕ ਵਧੀਆ ਏਜੰਡਾ ਲੈ ਕੇ ਆਈਓ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਫਿਰ ਗੁਜ਼ਾਰਿਸ਼ ਸਾਰੇ ਦੇਸ਼ ਵਾਸੀਆਂ ਨੂੰ, ਭਾਰਤ ਵਾਸੀਆਂ ਨੂੰ, ਵਰਲਡ ਨੂੰ ਕਰਾਂਗਾ ਕਿ ਆਓ ਅਸੀਂ WHO ਔਰ ਅਸੀਂ ਦੇਸ਼ ਦੇ ਜਿਹੜੇ ਸਿਹਤ ਵਿਭਾਗ ਹੈ ਉਹਨਾਂ ਦੀਆਂ ਗਾਈਡਲਾਈਨਾਂ ਦੇ ਵਿੱਚ ਰਹਿ ਕੇ ਕਰੋਨਾ ਨਾਮਕ ਬਿਮਾਰੀ ਨੂੰ ਜਿਹੜਾ ਉਹਨੂੰ ਕਾਬੂ ਪਾਈਏ। ਜੈ ਹਿੰਦ, ਜੈ ਭਾਰਤ।